हाँ जी, गुड मॉर्निंग स्टूडेंट्स। ਅੱਜ ਬੇਟੇ ਅਸੀਂ ਕਰਾਂਗੇ ਖੇਤਰੀ ਰਾਜਨੀਤਿਕ ਦਲ ਅਤੇ ਉਹਨਾਂ ਦੇ ਪ੍ਰਭਾਵ ਕੀ ਨੇ। ਜੇਕਰ ਅਸੀਂ ਦੇਖੀਏ ਜਿਵੇਂ ਕਿ ਭਾਰਤੀ ਸੰਵਿਧਾਨ ਜਾਂ ਕਿਸੇ ਕਾਨੂੰਨ ਜਾਂ ਚੋਣ ਆਯੋਗ ਦੇ ਵਿੱਚ ਜੋ ਖੇਤਰੀ ਦਲ ਨੇ ਉਹਨਾਂ ਦੀ ਕੋਈ ਵਿਵਸਥਾ ਜਿਹੜੀ ਉਹ ਨਹੀਂ ਹੈ, ਭਾਵ ਕਿ ਉਹਨਾਂ ਦੀ ਕੋਈ ਗੱਲ ਹੈ ਜਿਹੜੀ ਸੰਵਿਧਾਨ ਦੇ ਵਿੱਚ ਨਹੀਂ ਕੀਤੀ ਗਈ। ਤਾਂ ਇਸ ਤੋਂ ਬਾਅਦ 1968 ਦੇ ਵਿੱਚ 2000 ਅਤੇ 2004 ਦੇ ਵਿੱਚ ਜੋ ਰਾਜਨੀਤਿਕ ਦਲ ਸੀ ਇਹਨਾਂ ਨੂੰ ਮਾਨਤਾ ਦੇਣ ਦੇ ਸੰਬੰਧੀ ਇੱਕ ਆਦੇਸ਼ ਜਾਰੀ ਹੈ ਜਿਹੜਾ ਉਹ ਕੀਤਾ ਗਿਆ ਸੀ। ਉਸ ਆਦੇਸ਼ ਦੇ ਵਿੱਚ ਚੋਣ ਆਯੋਗ ਨੇ ਕੇਵਲ ਜੋ ਰਾਸ਼ਟਰੀ ਰਾਜਨੀਤਿਕ ਦਲ ਨੇ ਅਤੇ ਰਾਜ ਦਲ ਉਹਨਾਂ ਦੀ ਹੀ ਵਿਵਸਥਾ ਕੀਤੀ ਸੀ। ਜੋ ਚੋਣ ਆਯੋਗ ਹੈ ਉਹਨਾਂ ਦੇ ਆਦੇਸ਼ਾਂ ਦੇ ਵਿੱਚ ਖੇਤਰੀ ਦਲ ਦਾ ਕੋਈ ਵਰਣਨ ਹੈ ਜਿਹੜਾ ਉਹ ਨਹੀਂ ਕੀਤਾ ਗਿਆ ਸੀ, ਖੇਤਰੀ ਦਲ ਦੀ ਵਿਵਸਥਾ ਨਹੀਂ ਕੀਤੀ ਗਈ ਸੀ। ਤਾਂ ਬਾਅਦ ਦੇ ਵਿੱਚ ਵਿਵਹਾਰ ਦੇ ਰੂਪ ਦੇ ਵਿੱਚ ਜੋ ਰਾਜ ਦਲ ਨੇ ਇਹਨਾਂ ਨੂੰ ਹੀ ਖੇਤਰੀ ਦਲ ਹੈ ਜਿਹੜਾ ਉਹ ਕਿਹਾ ਜਾਣ ਲੱਗਿਆ। ਤਾਂ ਹੁਣ ਅਸੀਂ ਇਹ ਦੇਖਦੇ ਹਾਂ ਕਿ ਰਾਜ ਦਲ ਦੇ ਰੂਪ ਦੇ ਵਿੱਚ ਕਿਸ ਤਰ੍ਹਾਂ ਅਸੀਂ ਦੇਖਦੇ ਹਾਂ ਜੋ ਖੇਤਰੀ ਦਲ ਨੇ 2 ਦਸੰਬਰ 2000 ਨੂੰ ਅਤੇ 14 ਮਈ 2005 ਨੂੰ ਜੋ ਚੋਣ ਆਯੋਗ ਹੈ ਉਸਨੇ ਰਾਜ ਦਲ ਦੇ ਰੂਪ ਵਿੱਚ ਮਾਨਤਾ ਦੇਣ ਸੰਬੰਧੀ ਇੱਕ ਆਦੇਸ਼ ਹੈ ਜਿਹੜਾ ਉਹ ਜਾਰੀ ਕੀਤਾ ਸੀ ਰਾਜ ਦਲ ਨੂੰ। ਤਾਂ ਉਹਨਾਂ ਆਦੇਸ਼ਾਂ ਦੇ ਅਨੁਸਾਰ ਉਹਨਾਂ ਨੇ 4 ਸ਼ਰਤਾਂ ਰੱਖੀਆਂ ਸੀ ਜੋ ਕਿ ਕੋਈ ਵੀ ਦਲ ਹੈ ਉਹ ਇਹ 4 ਸ਼ਰਤਾਂ ਉਹ ਪੂਰੀਆਂ ਕਰੇਗਾ, ਰਾਜ ਦਲ ਹੈ ਜਿਹੜਾ। ਤਾਂ ਉਸ ਦਲ ਨੂੰ ਜੋ ਰਾਜ ਦਲ ਹੈ ਉਸ ਦੇ ਰੂਪ ਵਿੱਚ ਮਾਨਤਾ ਦਿੱਤੀ ਜਾਂਦੀ ਹੈ ਜਿਸ ਦਲ ਨੂੰ ਉਸ ਰਾਜ ਦੇ ਵਿੱਚ ਲੋਕ ਸਭਾ ਜਾਂ ਰਾਜ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਵਿੱਚ ਕੁੱਲ ਉਚਿਤ ਵੋਟਾਂ ਦਾ 6% ਜਿਹੜਾ ਭਾਗ ਹੈ ਉਹ ਪ੍ਰਾਪਤ ਹੁੰਦਾ ਹੈ। ਇਸ ਤੋਂ ਬਿਨਾਂ ਉਸ ਦਲ ਦੇ ਲਈ ਇਹ ਵੀ ਜ਼ਰੂਰੀ ਕੀਤਾ ਗਿਆ ਕਿ ਉਸ ਦਲ ਨੂੰ ਉਸ ਰਾਜ ਦੀ ਵਿਧਾਨ ਸਭਾ ਦੇ ਵਿੱਚ ਘੱਟ ਤੋਂ ਘੱਟ 2 ਸਥਾਨ ਨੇ ਜਿਹੜੇ ਉਹ ਪ੍ਰਾਪਤ ਹੋਣੇ ਜ਼ਰੂਰੀ ਨੇ। ਇਸ ਤੋਂ ਬਾਅਦ ਇਹ ਦੂਸਰਾ ਇਹ ਸੀ ਕਿ ਉਸ ਰਾਜਨੀਤਿਕ ਦਲ ਨੂੰ ਵੀ ਰਾਜ ਦਲ ਦੇ ਰੂਪ ਵਿੱਚ ਮਾਨਤਾ ਦਿੱਤੀ ਜਾ ਸਕਦੀ ਹੈ ਜਿਸ ਦਲ ਨੂੰ ਕਿਸੇ ਰਾਜ ਦੀ ਵਿਧਾਨ ਸਭਾ ਦੇ ਕੁੱਲ ਮੈਂਬਰਾਂ ਦਾ 3% ਭਾਗ ਹੈ ਜਿਹੜਾ ਜਾਂ ਘੱਟ ਤੋਂ ਘੱਟ 3 ਸਥਾਨ ਨੇ ਜਿਹੜੇ ਉਹ ਪ੍ਰਾਪਤ ਹੋਣ। ਤੀਸਰਾ ਇਹ ਸੀ ਕਿ ਜਿਸ ਦਲ ਨੂੰ ਕਿਸੇ ਇੱਕ ਰਾਜ ਵਿੱਚ ਲੋਕ ਸਭਾ ਦੇ 25 ਸਥਾਨਾਂ ਪਿੱਛੇ ਘੱਟ ਤੋਂ ਘੱਟ 1 ਸਥਾਨ ਪ੍ਰਾਪਤ ਹੋਵੇ ਉਸ ਦਲ ਨੂੰ ਜਿਹੜੀ ਇਹ ਮਾਨਤਾ ਦਿੱਤੀ ਜਾ ਸਕਦੀ ਹੈ। ਚੌਥਾ ਇਹ ਸੀ ਕਿ ਜੇਕਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਸੇ ਇੱਕ ਰਾਜਨੀਤਿਕ ਦਲ ਦੇ ਇੱਕ ਰਾਜ ਦੇ ਵਿੱਚ ਸਾਰੇ ਉਮੀਦਵਾਰ ਉਸ ਰਾਜ ਦੇ ਵਿੱਚ ਪਈਆਂ ਜਿਹੜੀਆਂ ਵੋਟਾਂ ਨੇ ਉਚਿਤ ਵੋਟਾਂ ਉਹਨਾਂ ਦਾ 6% ਭਾਗ ਹੈ ਜਿਹੜਾ ਉਹ ਪ੍ਰਾਪਤ ਕਰ ਲੈਂਦੇ ਨੇ। ਇਹਨਾਂ ਤੋਂ ਬਿਨਾਂ ਉਹ ਦਲ ਨੇ ਜਿਹੜੇ ਉਸ ਰਾਜ ਦੇ ਵਿੱਚ ਲੋਕ ਸਭਾ ਦਾ ਘੱਟ ਤੋਂ ਘੱਟ 1 ਸਥਾਨ ਜਿਹੜਾ ਉਹ ਪ੍ਰਾਪਤ ਕਰ ਲੈਂਦੇ ਨੇ। ਤਾਂ 14 ਮਈ 2005 ਦੇ ਵਿੱਚ ਇੱਕ ਆਦੇਸ਼ ਦੁਆਰਾ ਨਿਸ਼ਚਿਤ ਇਹ ਕੀਤਾ ਗਿਆ ਸੀ ਕਿ ਜਿਹੜੀਆਂ ਇਹ 4 ਸ਼ਰਤਾਂ ਨੇ ਇਹਨਾਂ ਵਿੱਚੋਂ ਕਿਸੇ ਇੱਕ ਸ਼ਰਤ ਦੀ ਪੂਰਤੀ ਦੇ ਫਲਸਰੂਪ ਸੰਬੰਧਿਤ ਦਲ ਨੂੰ ਰਾਜ ਦਲ ਦੇ ਰੂਪ ਵਿੱਚ ਮਾਨਤਾ ਜਿਹੜੀ ਉਹ ਪ੍ਰਾਪਤ ਹੋ ਸਕਦੀ ਹੈ। ਹੁਣ ਅਸੀਂ ਪੜ੍ਹਾਂਗੇ ਅਕਾਲੀ ਦਲ। ਜੋ ਅਕਾਲੀ ਦਲ ਦਾ ਇਤਿਹਾਸਕ ਪਿਛੋਕੜ ਹੈ ਅਸੀਂ ਪਹਿਲਾਂ ਉਸ ਬਾਰੇ ਪੜ੍ਹਾਂਗੇ। ਜੋ ਅਕਾਲੀ ਦਲ ਇੱਕ ਅਜਿਹਾ ਰਾਜਨੀਤਿਕ ਦਲ ਹੈ ਜਿਸ ਨੂੰ ਸੁਤੰਤਰਤਾ ਦੀ ਪ੍ਰਾਪਤੀ ਤੋਂ ਪਹਿਲਾਂ ਹੋਂਦ ਵਿੱਚ ਆਉਣ ਦਾ ਜਿਹੜਾ ਮਾਣ ਉਹ ਪ੍ਰਾਪਤ ਹੈ। ਤਾਂ ਇਹ ਦਲ ਹੈ ਜਿਹੜਾ ਹੋਂਦ ਵਿੱਚ ਆਉਣ ਸਮੇਂ ਇੱਕ ਰਾਜਨੀਤਿਕ ਦਲ ਨਹੀਂ ਸੀ ਕਿਉਂਕਿ ਜਦੋਂ ਇਹ ਹੋਂਦ ਵਿੱਚ ਆਇਆ ਤਾਂ ਆਉਣ ਦਾ ਇਸ ਦਾ ਮੁੱਖ ਕਾਰਨ ਇਹ ਸੀ ਕਿ ਗੁਰਦੁਆਰਿਆਂ ਦੀ ਪਵਿੱਤਰਤਾ ਨੂੰ ਜਿਹੜਾ ਉਹ ਬਹਾਲ ਕਰਾਉਣਾ ਸੀ। ਇਸ ਦਲ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਤਾਂ ਜਦੋਂ ਇਹ ਦਲ ਹੋਂਦ ਵਿੱਚ ਆਇਆ 1920 ਤੋਂ ਪਹਿਲਾਂ ਜੋ ਗੁਰਦੁਆਰਿਆਂ ਦਾ ਪ੍ਰਬੰਧ ਸੀ ਅਜਿਹੇ ਲੋਕਾਂ ਕੋਲ ਸੀ ਜਿਨ੍ਹਾਂ ਨੂੰ ਮਹੰਤ ਕਿਹਾ ਜਾਂਦਾ ਸੀ। ਇਹਨਾਂ ਮਹੰਤਾਂ ਨੇ ਗੁਰਦੁਆਰਿਆਂ ਦੀ ਪਵਿੱਤਰਤਾ ਨੂੰ ਨਸ਼ਟ ਕਰ ਦਿੱਤਾ ਸੀ। ਜੋ ਪੰਜਾਬ ਦੇ ਵਿੱਚ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਮੁਕਤ ਕਰਾਉਣ ਦੇ ਲਈ ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਚਲਾਈ ਸੀ। ਇਸ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਸਿੱਖਾਂ ਨੂੰ ਸਰਕਾਰੀ ਜਿਹੜਾ ਦਮ ਚੱਕਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਣ ਨਾਲ ਇਹ ਅੰਦੋਲਨ ਹੈ ਜਿਹੜਾ ਰਾਜਨੀਤਿਕ ਰੂਪ ਧਾਰਨ ਕਰ ਗਿਆ ਸੀ। ਤਾਂ ਇਸ ਦਲ ਦੇ ਉਦੇਸ਼ ਕੀ ਸੀ ਅਕਾਲੀ ਦਲ ਦੇ? ਜਿਵੇਂ ਕਿ ਗੁਰਮਤ ਅਤੇ ਸਿੱਖ ਮਰਿਆਦਾ ਦਾ ਪ੍ਰਚਾਰ ਕਰਨਾ, ਨਾਸਤਿਕਤਾ ਅਤੇ ਜਨਮਤ ਦਾ ਪ੍ਰਚਾਰ, ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਸੁਧਾਰ ਅਤੇ ਸੇਵਾ ਸੰਭਾਲ ਲਈ ਕਦਮ ਉਠਾਉਣਾ। ਦੂਸਰਾ ਇਹ ਸੀ ਕਿ ਸਿੱਖਾਂ ਵਿੱਚ ਜੋ ਵੱਖਰੇ ਸੁਤੰਤਰ ਸ਼ਖਸੀਅਤ ਨੂੰ ਸਥਾਪਿਤ ਕਰਨਾ
ਅਜਿਹੇ ਦੇਸ਼ ਦਾ ਨਿਰਮਾਣ ਕਰਨਾ ਜਿਸ ਵਿੱਚ ਸਿੱਖ ਪੰਥ ਰਾਸ਼ਟਰੀ ਭਾਵਨਾ ਜਿਹੜੀ ਅਤੇ ਰਾਸ਼ਟਰੀਅਤਾ ਦਾ ਦਿਖਾਵਾ ਪੂਰਨ ਤੌਰ 'ਤੇ ਹੋ ਸਕੇ। ਤੀਸਰਾ ਇਹ ਸੀ ਕਿ ਗਰੀਬੀ, ਭੁੱਖ ਅਤੇ ਘਾਟੇ ਨੂੰ ਦੂਰ ਕਰਨਾ ਸੀ। ਚੌਥਾ ਇਹ ਸੀ ਗੁਰਮਤਿ ਦੀ ਵਿਸ਼ੇਸ਼ਤਾ, ਅਨਪੜ੍ਹਤਾ, ਛੂਤ ਛਾਤ ਅਤੇ ਜਾਤ ਪਾਤ ਦੇ ਭੇਦ ਨੂੰ ਦੂਰ ਕਰਨਾ ਸੀ। ਪੰਜਵਾਂ ਇਹ ਸੀ ਕਿ ਰੋਗ ਅਤੇ ਬਿਮਾਰੀ ਨੂੰ ਦੂਰ ਕਰਨ ਦੇ ਉਪਾਅ ਕੀਤੇ ਸੀ, ਜਿਵੇਂ ਨਸ਼ਾਬੰਦੀ ਹੋ ਗਿਆ, ਸਰੀਰਕ ਕਮਜ਼ੋਰੀ ਦੇ ਵਿੱਚ ਵਾਧੇ ਨੂੰ ਰੋਕਣਾ। ਇਹ ਇਸ ਦਲ ਦੇ ਕੀ ਮੁੱਖ ਉਦੇਸ਼ ਸੀ। ਇਸ ਤੋਂ ਬਾਅਦ ਇਸ ਦਲ ਦੀਆਂ ਬਹੁਤ ਚੋਣ ਪ੍ਰਾਪਤੀਆਂ ਨੇ, ਜਿਵੇਂ ਕਿ 1996 ਤੋਂ ਪਹਿਲਾਂ ਦੀਆਂ ਪ੍ਰਾਪਤੀਆਂ ਸੀ। 1966 ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਜਿਹੜਾ ਖੇਤਰੀ ਪੁਨਰਗਠਨ ਕੀਤਾ ਗਿਆ ਸੀ। ਇਸ ਤੋਂ ਪਿੱਛੋਂ 1967 ਦੇ ਵਿੱਚ ਪੰਜਾਬ ਰਾਜ ਦੀ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਜਿਹੜੀਆਂ ਉਹ ਚੋਣਾਂ ਹੋਈਆਂ ਸੀ। ਇਸ ਦਲ ਦਾ ਜੋ ਨੇਤਾ ਸੀ ਸਰਦਾਰ ਗੁਰਨਾਮ ਸਿੰਘ, ਉਸ ਦੀ ਅਗਵਾਈ ਦੇ ਅਧੀਨ ਪੰਜਾਬ ਦੇ ਵਿੱਚ ਕਈ ਦਲਾਂ ਦੀ ਸਾਂਝੀ ਸਰਕਾਰ ਜਿਹੜੀ ਉਹ ਬਣ ਗਈ ਸੀ। ਇਸ ਤੋਂ ਬਾਅਦ 1996 ਦੀਆਂ ਚੋਣ ਪ੍ਰਾਪਤੀਆਂ ਹੋਈਆਂ ਸੀ, ਜਿਵੇਂ ਕਿ ਅਪ੍ਰੈਲ ਮਈ 1996 ਵਿੱਚ 11ਵੀਂ ਜੋ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ। ਉਹਨਾਂ ਚੋਣਾਂ ਵਿੱਚ ਅਕਾਲੀ ਦਲ ਨੇ ਪੰਜਾਬ ਵਿੱਚ ਲੋਕ ਸਭਾ ਦੇ ਕੁੱਲ 13 ਸਥਾਨਾਂ ਦੇ ਵਿੱਚੋਂ 8 ਸਥਾਨਾਂ 'ਤੇ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਸੀ। ਇਸ ਤੋਂ ਬਿਨਾਂ 1998 ਦੇ ਵਿੱਚ ਚੋਣ ਪ੍ਰਾਪਤੀ ਹੋਈ, 1999 ਦੇ ਵਿੱਚ, 2004 ਦੇ ਵਿੱਚ। ਇਹ ਅਕਾਲੀ ਦਲ ਸੀ ਜਿਹੜੀਆਂ ਇਹਨਾਂ ਦੀਆਂ ਚੋਣ ਪ੍ਰਾਪਤੀਆਂ ਸੀ। ਹੁਣ ਅਸੀਂ ਦਰਾਵੜ, ਮਨੇਤਰਾ, ਕਾਜ਼ਗਮ ਬਾਰੇ ਪੜ੍ਹਾਂਗੇ। ਤਾਂ ਇਸ ਤੋਂ ਬਿਨਾਂ ਕੀ ਸੀ, 1915 ਦੇ ਵਿੱਚ ਤਾਮਿਲਨਾਡੂ ਦੇ ਵਿੱਚ ਗੈਰ ਬ੍ਰਾਹਮਣ, ਜੋ ਬ੍ਰਾਹਮਣ ਨਹੀਂ ਸੀ, ਉਹਨਾਂ ਨੇ ਦਰਾਵੜ ਸੰਘ ਹੈ ਜਿਹੜਾ ਉਸ ਦਰਾਵੜ ਸੰਘ ਦੇ ਨਾਂ ਦੀ ਇੱਕ ਸੰਸਥਾ ਬਣਾਈ ਸੀ। ਇਹ ਸੰਘ ਸੀ ਜਿਹੜਾ ਜਸਟਿਸ ਨਾਂ ਦਾ ਇੱਕ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਦੇ ਕਾਰਨ ਇਹ ਜਸਟਿਸ ਪਾਰਟੀ ਦੇ ਨਾਂ ਤੋਂ ਪ੍ਰਸਿੱਧ ਹੋ ਗਿਆ ਸੀ। ਸ਼੍ਰੀ ਨਾਇਕਰ ਇਸ ਦਲ ਦੇ ਮੋਢੀ ਸੀ। 1942 ਦੇ ਵਿੱਚ ਇਸ ਪਾਰਟੀ ਦੇ ਨੇਤਾ ਨੇ ਇਹ ਵਿਚਾਰ ਪੇਸ਼ ਕੀਤਾ ਸੀ ਕਿ ਪਾਰਟੀ ਨੂੰ ਰਾਸ਼ਟਰੀ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ, ਆਪਣੇ ਦਲ ਦਾ ਨਾਂ ਦਰਾਵੜ ਕਾਜ਼ਗਮ ਰੱਖ ਲੈਣਾ ਚਾਹੀਦਾ ਹੈ। ਇਸ ਸੰਘ ਨੂੰ ਅਸੀਂ DMK ਨਾਂ ਦੇ ਨਾਲ ਵੀ ਜਾਣਦੇ ਹਾਂ। ਤਾਂ ਇਸ ਸੰਘ ਦੀਆਂ ਨੀਤੀਆਂ ਅਤੇ ਕਾਰਜਕ੍ਰਮ ਕੀ ਸੀ ਕਿ ਲੋਕਤੰਤਰ ਦਾ ਸਮਰਥਨ। ਜੋ DMK ਪਾਰਟੀ ਸੀ ਉਹਨਾਂ ਦਾ ਲੋਕਤੰਤਰੀ ਸਿਧਾਂਤਾਂ ਅਤੇ ਸੰਸਥਾਵਾਂ 'ਤੇ ਬਹੁਤ ਵਿਸ਼ਵਾਸ ਸੀ। ਤੋਂ ਬਾਅਦ ਸੀ ਕਿ ਸਮਾਜਵਾਦ ਇਸ ਦਲ ਦਾ ਮੁੱਖ ਉਦੇਸ਼ ਹੈ। ਜੋ ਇਹ ਦਲ ਹੈ DMK ਸਮਾਜਵਾਦ ਦਾ ਸਮਰਥਕ ਸੀ। ਇਸ ਦਲ ਦਾ ਇਹ ਉਦੇਸ਼ ਸੀ ਕਿ ਜੋ ਲੋਕਤੰਤਰੀ ਸਮਾਜਵਾਦ ਹੈ ਉਸ ਦੀ ਸਥਾਪਨਾ ਕਰਨੀ ਚਾਹੀਦੀ ਹੈ। ਇਹ ਦਲ ਹੈ ਜਿਹੜਾ ਸਮਾਜਵਾਦ ਅਤੇ ਲੋਕਤੰਤਰ ਵਿੱਚ ਇੱਕ ਸੰਤੁਲਨ ਕਾਇਮ ਕਰਨ ਦੇ ਪੱਖ ਵਿੱਚ ਹੈ। ਅੱਗੇ ਕਿ ਸਮਾਜਿਕ ਸੁਧਾਰ, ਇਹ ਦਲ ਹੈ ਜਿਹੜਾ ਸਮਾਜਿਕ ਵਿਤਕਰਿਆਂ ਨੂੰ ਸਮਾਪਤ ਕਰਨ ਦੇ ਪੱਖ ਵਿੱਚ ਹੈ। ਇਸ ਦਾ ਇਹ ਟੁੱਟ ਵਿਸ਼ਵਾਸ ਹੈ ਕਿ ਭਾਰਤੀ ਸਮਾਜ ਤਾਂ ਹੀ ਵਿਕਸਿਤ ਹੋ ਸਕਦਾ ਹੈ ਜੇਕਰ ਜਾਤ ਪਾਤ ਦੇ ਆਧਾਰ 'ਤੇ ਅਨੁਸੂਚਿਤ ਜਾਤੀਆਂ ਦੇ ਸਮਾਜਿਕ ਵਿਤਕਰਿਆਂ ਨੂੰ ਖਤਮ ਹੈ ਜਿਹੜਾ ਉਹ ਕੀਤਾ ਜਾਵੇ। ਇਸ ਤੋਂ ਬਾਅਦ ਹੈ ਧਰਮ ਨਿਰਪੇਖਤਾ। ਇਹ ਦਲ ਹੈ ਜਿਹੜਾ ਧਰਮ ਨਿਰਪੇਖਤਾ 'ਤੇ ਵਿਸ਼ਵਾਸ ਰੱਖਦਾ ਹੈ, ਕਿਸੇ ਵੀ ਧਰਮ ਦੇ ਸਿਧਾਂਤਾਂ ਨੂੰ ਸ਼ਾਸਨ ਦਾ ਆਧਾਰ ਬਣਾਉਣ ਦੇ ਪੱਖ ਵਿੱਚ ਨਹੀਂ ਹੈ। ਤਾਮਿਲ ਭਾਸ਼ਾ ਅਤੇ ਸੱਭਿਆਚਾਰ ਦਾ ਵਿਕਾਸ, ਇਹ ਦਲ ਹੈ ਜਿਹੜਾ ਤਾਮਿਲ ਭਾਸ਼ਾ ਅਤੇ ਤਾਮਿਲ ਸੱਭਿਆਚਾਰ ਨੂੰ ਵੱਧ ਤੋਂ ਵੱਧ ਵਿਕਸਿਤ ਕਰਨ ਦਾ ਹਾਮੀ ਭਰਦਾ। ਇਸ ਦਲ ਦੇ ਪ੍ਰਮੁੱਖ ਨੇਤਾ ਸੀ ਸਵਰਗਵਾਸੀ ਅੰਨਾਦੁਰਾਈ ਨੇ ਇੱਕ ਵਾਰੀ ਇਹ ਕਿਹਾ ਸੀ ਕਿ DMK ਦਾ ਮੁੱਖ ਜਿਹੜਾ ਉਦੇਸ਼ ਹੈ ਉਹ ਤਾਮਿਲ ਸੱਭਿਆਚਾਰ ਦਾ ਵਿਕਾਸ ਕਰਨਾ ਹੈ, ਦੇਸ਼ ਦੇ ਸੰਯੁਕਤ ਸੱਭਿਆਚਾਰ ਵਿੱਚ ਇਸ ਨੂੰ ਉਚਿਤ ਸਥਾਨ ਜਿਹੜਾ ਉਹ ਦਿਵਾਉਣਾ ਹੈ। ਇਹ ਸੀ ਰਾਜੇ ਖੇਤਰੀ ਰਾਜਨੀਤਿਕ ਦਲ। ਧੰਨਵਾਦ।